हेलो एवरीवन, वेलकम टू केमिस्ट्री रियल। आज बेटे ਆਪਾਂ ਕਲਾਸ 10+1 ਦਾ ਕੈਮਿਸਟਰੀ ਦਾ ਟਰਮ 2 ਦੇ ਵਿੱਚ ਜਿਹੜਾ ਇੱਕ ਮਾਡਲ ਟੈਸਟ ਪੇਪਰ ਨੰਬਰ 2 ਪੋਸਟ ਕੀਤਾ ਸੀ ਉਹਦੇ ਸੋਲੂਸ਼ਨਸ ਆਪਾਂ ਸਟੱਡੀ ਕਰਨੇ ਹੈ। ਸੋ ਇਹਦੇ ਸੋਲੂਸ਼ਨਸ ਦੇ ਵਿੱਚ ਬੇਟਾ ਆਪਾਂ ਪਹਿਲੇ ਤਾਂ ਕੁਐਸਚਨ ਪੇਪਰ ਦਾ ਪੈਟਰਨ ਸਮਝ ਲਈਏ ਤਾਂ ਸਾਨੂੰ ਸੋਲੂਸ਼ਨ ਸਮਝ ਆਣਗੇ। ਬੇਟੇ ਆਪਣੇ ਕੁਐਸਚਨ ਪੇਪਰ ਦੇ ਵਿੱਚ ਟਰਮ 2 ਦੇ ਵਿੱਚ ਸੈਕਸ਼ਨ A ਦੇ ਆਪਣੇ ਕੋਲੇ 5 ਸਵਾਲ ਹੋਣਗੇ ਜਿਹੜੇ ਕਿ 1 ਮਾਰਕਸ ਦੇ ਹੋਣਗੇ। ਆਪਣੇ ਕੋਲੇ P ਬਲੌਕ ਐਲੀਮੈਂਟਸ, ਇਕੁਇਲਿਬ੍ਰੀਅਮ ਤੇ ਮੇਨ ਜਿਹੜੇ ਆਰਗੈਨਿਕ ਕੈਮਿਸਟਰੀ ਦੇ 2 ਚੈਪਟਰ ਹੈ। ਸੋ ਇਹਨਾਂ ਦੇ ਵਿੱਚੋਂ ਆਪਣੇ ਕੋਲੇ 5 ਸਵਾਲ ਆਣੇ ਹੈ ਆਫ 1 ਮਾਰਕ ਈਚ। तो सब तो पहला सवाल है अपने को इनर्ट पेयर इफेक्ट डिफाइन करना है। तो इनर्ट पेयर इफेक्ट की हुंदा बेटा रिलक्टेंस ऑफ आउटर मोस्ट s इलेक्ट्रॉन्स टू पार्टिसिपेट इन बॉन्डिंग। जिवें कि तुहानू समझाया ही सी प्रीवियस वीडियो दे विच p ब्लॉक एलिमेंट्स दे विच कि p ब्लॉक एलिमेंट इनर्ट पेयर इफेक्ट शो करते हैं। ਜਿਵੇਂ ਜਿਵੇਂ ਅਸੀਂ ਗਰੁੱਪ 'ਚ ਹੇਠਾਂ ਵੱਲ ਨੂੰ ਜਾਂਦੇ ਹੈ ਜਿਹੜੀ ਲੋਅਰ ਆਕਸੀਡੇਸ਼ਨ ਸਟੇਟ ਹੈ ਦੈਟ ਬਿਕਮਸ ਮੋਰ ਸਟੇਬਲ। ਜਿਵੇਂ ਹੁਣ 13th ਗਰੁੱਪ ਦੇ ਵਿੱਚ +1 ਔਰ +3 ਇਹ 2 ਆਕਸੀਡੇਸ਼ਨ ਸਟੇਟ ਹੈ। ਲੋਅਰ ਆਕਸੀਡੇਸ਼ਨ ਸਟੇਟ +1। ਜਿਵੇਂ ਜਿਵੇਂ ਅਸੀਂ ਗਰੁੱਪ 'ਚ ਹੇਠਾਂ ਵੱਲ ਜਾਵਾਂਗੇ +1 ਆਕਸੀਡੇਸ਼ਨ ਸਟੇਟ ਵਿਲ ਬਿਕਮ ਮੋਰ ਸਟੇਬਲ ਦੈਨ ਹਾਇਰ ਆਕਸੀਡੇਸ਼ਨ ਸਟੇਟ। ਸੋ ਗਰੁੱਪ 14 ਦੇ ਵਿੱਚ 2 ਆਕਸੀਡੇਸ਼ਨ ਸਟੇਟਸ ਹੈ +2 ਐਂਡ +4। ਜਿਵੇਂ ਜਿਵੇਂ ਅਸੀਂ ਗਰੁੱਪ 'ਚ ਹੇਠਾਂ ਵੱਲ ਜਾਵਾਂਗੇ ਜਿਵੇਂ ਲੈਡ ਦੀ ਗੱਲ ਕਰੀਏ ਤਾਂ ਲੈਡ ਦੇ ਕੇਸ ਦੇ ਵਿੱਚ +2 ਆਕਸੀਡੇਸ਼ਨ ਸਟੇਟ ਇਜ਼ ਮੋਰ ਸਟੇਬਲ ਦੈਨ +4 ਆਕਸੀਡੇਸ਼ਨ ਸਟੇਟ। ਇਹਨੂੰ ਕਿਹਾ ਜਾਂਦਾ ਹੈ ਇਨਰਟ ਪੇਅਰ ਇਫੈਕਟ। ਸੈਕੰਡ ਕੁਐਸਚਨ ਹੈ ਕਿ ਆਪਾਂ ਇੱਥੇ ਫੰਕਸ਼ਨਲ ਆਈਸੋਮਰਿਜ਼ਮ ਦੀ ਇੱਕ ਐਗਜ਼ਾਮਪਲ ਦੇਣੀ। ਸੋ ਫੰਕਸ਼ਨਲ ਆਈਸੋਮਰਿਜ਼ਮ ਬੇਟਾ ਕੀ ਹੁੰਦਾ ਹੈ? ਅਜਿਹੇ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਮੋਲੀਕੂਲਰ ਫਾਰਮੂਲਾ ਸੇਮ ਹੋਵੇ ਬਟ ਫੰਕਸ਼ਨਲ ਗਰੁੱਪ ਉਹਨਾਂ ਦਾ ਡਿਫਰੈਂਟ ਹੋਵੇ ਉਹਨਾਂ ਨੂੰ ਕਿਹਾ ਜਾਂਦਾ ਹੈ ਫੰਕਸ਼ਨਲ ਆਈਸੋਮਰਸ। ਤੇ ਇਸ ਫਿਨੋਮੀਨਨ ਨੂੰ ਫੰਕਸ਼ਨਲ ਆਈਸੋਮਰਿਜ਼ਮ। ਸੋ ਜਾਂ ਤਾਂ ਬੇਟੇ ਆਪਾਂ ਐਲਕੋਹਲ ਔਰ ਈਥਰ ਦੀ ਐਗਜ਼ਾਮਪਲ ਲੈ ਲਓ। ਜਿਹੜੀ ਇਹ ਐਗਜ਼ਾਮਪਲ ਹੈ ਇਹ ਫੰਕਸ਼ਨਲ ਆਈਸੋਮਰਸ ਦੀ ਹੈ। ਦੂਸਰੀ ਐਗਜ਼ਾਮਪਲ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਐਲਡੀਹਾਈਡਸ ਔਰ ਕੀਟੋਨਸ ਦੀ। ਇਹ ਫੰਕਸ਼ਨਲ ਆਈਸੋਮਰਸ ਹੁੰਦੇ। ਦੈਨ ਥਰਡ ਕੁਐਸਚਨ ਜਿਹੜਾ ਆਪਣਾ ਹੈ ਉਹ ਹੈ ਬਫਰ ਸੋਲਿਊਸ਼ਨ ਕੀ ਹੁੰਦਾ? ਬਫਰ ਹੁੰਦਾ ਹੈ ਬੇਟੇ ਕਿ ਜਦੋਂ ਅਸੀਂ ਕਿਸੇ ਸਬਸਟੈਂਸ ਨੂੰ ਕਿਸੇ ਸੋਲਿਊਸ਼ਨ 'ਚ ਐਡ ਕਰੀਏ ਤਾਂ ਕਿ ਇਸ ਸੋਲਿਊਸ਼ਨ ਦਾ pH ਜਿਹੜਾ ਹੈ ਉਹ ਚੇਂਜ ਨਾ ਹੋਵੇ। ਸੋ ਜਿਹੜਾ ਸੋਲਿਊਸ਼ਨ ਜਿਹੜਾ ਸਬਸਟੈਂਸ pH ਦੇ ਵਿੱਚ ਚੇਂਜਸ ਨੂੰ ਰੈਜ਼ਿਸਟ ਕਰੇ ਉਹਨੂੰ ਕਿਹਾ ਜਾਂਦਾ ਹੈ ਬਫਰ। ਸੋ pH ਚੇਂਜ ਬੇਟੇ ਕਿੱਦਾਂ? ਹੁਣ ਮੰਨ ਲਓ ਆਪਾਂ ਇੱਕ ਸੋਲਿਊਸ਼ਨ ਲਿੱਤਾ। ਸੋ ਸੋਲਿਊਸ਼ਨ ਦੇ ਵਿੱਚ ਜੇ ਅਸੀਂ ਐਸਿਡ ਪਾਵਾਂਗੇ ਤਾਂ ਇਸ ਸੋਲਿਊਸ਼ਨ ਦਾ pH ਜਿਹੜਾ ਹੈ ਉਹ ਡਿਕਰੀਜ਼ ਹੋ ਜਾਏਗਾ। ਪਰ ਜੇ ਅਸੀਂ ਕੋਈ ਬੇਸ ਪਾ ਦਿੰਨੇ ਆ ਤਾਂ ਇਸ ਦਾ pH ਜਿਹੜਾ ਹੈ ਉਹ ਰਾਈਜ਼ ਹੋ ਜਾਂਦਾ ਹੈ। ਸੋ ਜੇ ਅਸੀਂ ਸੋਲਿਊਸ਼ਨ 'ਚ ਬਫਰ ਪਾ ਦਈਏ ਨਾ ਤਾਂ ਬਫਰ ਐਸਿਡ ਜਾਂ ਬੇਸ ਐਡ ਕੀਤੇ ਜਾਣ ਤੇ ਹੋਣ ਵਾਲੀ pH ਦੇ ਵਿੱਚ ਚੇਂਜ ਨੂੰ ਹੋਣ ਨਹੀਂ ਦਿੰਦਾ, ਰੈਜ਼ਿਸਟ ਕਰਦਾ ਹੈ। ਸੋ ਅਜਿਹੇ ਸੋਲਿਊਸ਼ਨਸ ਨੂੰ ਕਿਹਾ ਜਾਂਦਾ ਹੈ ਬਫਰਸ। ਇਸ ਦੇ ਬਾਅਦ ਆਪਣੇ ਕੋਲੇ ਆਂਦਾ ਹੈ ਸਟਰਕਚਰ ਆਫ ਵਿਨਾਈਲ ਕਲੋਰਾਈਡ। ਸੋ ਵਿਨਾਈਲ ਕਲੋਰਾਈਡ ਦੇ ਵਿੱਚ ਬੇਟੇ ਕਾਰਬਨ ਔਰ ਕਾਰਬਨ ਦੇ ਵਿੱਚ ਡਬਲ ਬੌਂਡ ਹੁੰਦਾ ਹੈ ਔਰ ਇੱਕ ਹਾਈਡਰੋਜਨ ਦੀ ਜਗ੍ਹਾ ਤੇ ਕਲੋਰੀਨ ਲੱਗੀ ਹੁੰਦੀ ਹੈ। ਦਿਸ ਇਜ਼ ਵਿਨਾਈਲ ਕਲੋਰਾਈਡ। pH ਕੀ ਹੁੰਦਾ ਹੈ ਬੇਟਾ? pH is negative logarithm of H ion concentration। तो इन्हू कहा जाता है pH। इस दे बाद बेटे आप आने सैक्शन B ते। सैक्शन B दे विच अपने कोले 2 मार्क्स क्वेश्चंस होंगे ते इनदे चों अपने कोले 2 सवाल रिडॉक्स रिएक्शन दे विचों दी होंगे। लाइकवाइज आप पैटर्न दे अकॉर्डिंगली 2 मार्क्स क्वेश्चंस करने हैं। तो फर्स्ट इज वर्किंग ऑफ इलेक्ट्रोकैमिकल सेल। तो इलेक्ट्रोकैमिकल सैल बेटे ਆਪਾਂ ਨੂੰ ਪਤਾ ਹੈ ਕਿ ਇੱਕ ਅਜਿਹਾ ਡਿਵਾਈਸ ਹੁੰਦਾ ਹੈ ਜੋ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਬਦਲ ਦਿੰਦਾ ਹੈ। ਇਹਦੇ 'ਚ ਆਪਣੇ ਕੋਲੇ 2 ਇਲੈਕਟ੍ਰੋਡ ਹੁੰਦੇ ਹੈ। ਇੱਕ ਹੁੰਦਾ ਹੈ ਐਨੋਡ ਔਰ ਇੱਕ ਹੁੰਦਾ ਹੈ ਕੈਥੋਡ। ਐਨੋਡ ਦੇ ਉੱਤੇ ਹੁੰਦੀ ਹੈ ਆਕਸੀਡੇਸ਼ਨ ਤੇ ਕੈਥੋਡ ਦੇ ਉੱਤੇ ਹੁੰਦੀ ਹੈ ਆਪਣੇ ਕੋਲੇ ਰਿਡਕਸ਼ਨ। ਠੀਕ ਹੈ। ਇਹਦੇ 'ਚ ਆਪਾਂ ਕਰਨਾ ਕੀ ਹੈ ਕਿ 2 ਬੀਕਰ ਲੈ ਲੈਣੇ ਆ। ਪਹਿਲੇ ਬੀਕਰ 'ਚ ਜ਼ਿੰਕ ਰੋਡ ਨੂੰ ਜ਼ਿੰਕ ਸਲਫੇਟ ਸੋਲਿਊਸ਼ਨ ਦੇ ਵਿੱਚ ਡਿਪ ਕਰ ਦੇਣਾ। ਦੂਜੇ ਬੀਕਰ ਦੇ ਵਿੱਚ ਕਾਪਰ ਨੂੰ ਕਾਪਰ ਸਲਫੇਟ ਸੋਲਿਊਸ਼ਨ 'ਚ ਡਿਪ ਕਰ ਦੇਣਾ।
ਸੌਲਟ ਬ੍ਰਿਜ ਲੈ ਲੈਣਾ। ਸੋ ਸੌਲਟ ਬ੍ਰਿਜ ਜਿਹੜਾ ਹੈ ਉਹ ਦੋਨੋਂ ਬੀਕਰਸ ਨੂੰ ਕਨੈਕਟ ਕਰ ਦਿੰਦਾ ਹੈ, ਠੀਕ ਹੈ। ਬਾਹਰੋਂ ਦੀ ਇੱਕ ਵਾਇਰ ਦੇ ਨਾਲ ਦੋਨੋਂ ਇਲੈਕਟ੍ਰੋਡਸ ਨੂੰ ਕਨੈਕਟ ਕਰਨਾ ਹੈ ਔਰ ਇਹ ਵਾਇਰ ਜਿਹੜੀ ਹੈ ਵੋਲਟਮੀਟਰ ਨੂੰ ਵੀ ਵਿੱਚ ਨਾਲ ਕਨੈਕਟ ਕਰਦੀ ਹੈ। ਸੋ oxidation reaction, that means loss of electron will occur at yes anode, और कैथोड ਦੇ ਉੱਪਰ ਕੀ ਹੋਏਗਾ, gain of 2 electrons। तो ਜਿਹੜੇ ਇਹਨਾਂ ਇਲੈਕਟ੍ਰॉन्स ਦਾ ਫਲੋ ਹੈ ਇਸ ਕਰਕੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਰਹੀ ਹੈ। तो electrochemical cell is the device where electrical energy is produced from chemical energy। तो नेक्स्ट क्वेश्चन ਜਿਹੜਾ ਹੈ ਇੱਥੇ ਆਪਣੇ ਕੋਲੇ that is ਇੰਡਕਟਿਵ ਇਫੈਕਟ ਦੇ ਆਪਾਂ ਪਲੱਸ ਆਈ ਔਰ ਮਾਈਨਸ ਆਈ ਇਫੈਕਟਸ ਨੂੰ ਕੰਪੇਅਰ ਕਰਨਾ। ਬੇਟੇ ਜੇ ਤਾਂ ਕਾਰਬਨ ਚੇਨ ਦੇ ਕੋਲੇ ਕੋਈ ਐਸਾ ਗਰੁੱਪ ਲੱਗ ਗਿਆ ਜਿਹੜਾ ਇਹਦੇ ਸਿਗਮਾ ਇਲੈਕਟ੍ਰॉन्स ਨੂੰ ਆਪਣੇ ਵੱਲ ਖਿੱਚ ਰਿਹਾ ਹੈ ਤਾਂ ਉਹਨੂੰ ਅਸੀਂ ਕਵਾਂਗੇ ਮਾਈਨਸ ਆਈ ਇਫੈਕਟ। ਔਰ ਜੇ ਕਾਰਬਨ ਚੇਨ ਦੇ ਕੋਲੇ ਕੋਈ ਐਸਾ ਗਰੁੱਪ ਲੱਗ ਗਿਆ ਜਿਹੜਾ ਕਿ ਆਪਣੇ ਇਲੈਕਟ੍ਰॉन ਕਾਰਬਨ ਚੇਨ ਨੂੰ ਦੇ ਰਿਹਾ ਤਾਂ ਇਹਨੂੰ ਅਸੀਂ ਕਵਾਂਗੇ ਪਲੱਸ ਆਈ ਇਫੈਕਟ। ਪਲੱਸ ਆਈ ਇਫੈਕਟ ਕਰਕੇ ਬੇਸਿਕ ਕਰੈਕਟਰ ਜਿਹੜਾ ਹੈ ਉਹ ਵੱਧਦਾ ਹੈ ਤੇ ਐਸਿਡਿਕ ਕਰੈਕਟਰ ਡਿਕਰੀਜ਼ ਹੋ ਜਾਂਦਾ ਹੈ। ਮਾਈਨਸ ਆਈ ਇਫੈਕਟ ਕਰਕੇ ਐਸਿਡਿਕ ਕਰੈਕਟਰ ਵੱਧਦਾ ਹੈ ਔਰ ਬੇਸਿਕ ਕਰੈਕਟਰ ਡਿਕਰੀਜ਼ ਹੋ ਜਾਂਦਾ ਹੈ। तो इतने कुछ ग्रुप्स हैं ਜਿਹੜੇ ਤੁਹਾਨੂੰ ਦੱਸੇ ਗਏ हैं कि प्लस आई इफेक्ट शो करते हैं ਤੇ माइनस आई इफेक्ट शो करते हैं। तो ਇੱਥੇ बेटा अपना प्लस आई इफेक्ट और माइनस आई इफेक्ट वाले सवाल ਦੇ और ਦੇ ਵਿੱਚ ਜੇ ਤੁਸੀਂ ਦੇਖੋ ਨਾ ਤਾਂ IUPAC ਨੇਮਿੰਗ ਪੁੱਛੀ। तो ਇੱਥੇ ਫਰਸਟ ਜਿਹੜਾ ਹੈ IUPAC ਨੇਮਿੰਗ ਵਾਸਤੇ ਉਹ ਕਿੰਨੇ ਕਾਰਬਨ ਵਾਲਾ ਕੰਪਾਊਂਡ ਹੈ ਆਪਾਂ ਦੇਖੀਏ ਜ਼ਰਾ। दैट इज 1 2 3 4। तो ਇਹਦੇ ਚ 4 ਕਾਰਬਨ ਹੈ ਕਿਉਂਕਿ ਆਪਾਂ CHO ਨੂੰ ਚੇਨ ਦੇ ਵਿੱਚ ਜ਼ਰੂਰ ਲੈਣਾ ਹੈ। ਸੋ ਦਿਸ ਇਜ਼ CHO ਲੱਗਿਆ ਹੋਇਆ ਹੈ ਬਿਊਟੇਨਲ। 4 ਕਾਰਬਨ ਹੈ, ਚਾਰਾਂ ਦੇ ਵਿੱਚ ਸਿੰਗਲ ਬੌਂਡ ਹੈ, ਠੀਕ ਹੈ। ਸੋ ਦਿਸ ਇਜ਼ ਬਿਊਟੇਨਲ। ਹੁਣ ਜਿਹੜੀ ਕਾਰਬਨ ਇਹ ਵਾਲੀ ਕਾਰਬਨ ਬੇਟਾ ਜਿੱਥੇ CH3 ਲੱਗਿਆ ਹੈ ਦਿਸ ਇਜ਼ ਸੈਕਿੰਡ ਇਨ ਪੋਜੀਸ਼ਨ। ਸੋ 2 ਮਿਥਾਈਲ ਐਂਡ 2 ਇਥਾਈਲ। ਸੋ ਇਹਦੇ ਅੱਗੇ ਆ ਜਾਣਾ ਹੈ 2 ਇਥਾਈਲ 2 ਮਿਥਾਈਲ ਬਿਊਟੇਨਲ। ਸੈਕਿੰਡ ਥਾਂ ਤੇ ਦੇਖੋ ਬੇਟਾ ਇੱਥੇ ਕੀ ਲਿਖਿਆ ਹੋਇਆ ਆਪਣੇ ਕੋਲੇ। ਸੈਕਿੰਡ ਜਦੋਂ ਆਪਾਂ ਨੋਮਨਕਲੇਚਰ ਕਰਨੀ ਹੈ ਤਾਂ ਵਿੱਚ ਆਪਣੇ ਕੋਲੇ 4 ਕਾਰਬਨਸ ਹੈ ਟੋਟਲ। ਸੋ ਉਹਨਾਂ ਦੇ ਵਿੱਚ ਹੈ ਡਬਲ ਬੌਂਡਸ। ਸੋ ਦਿਸ ਇਜ਼ ਬਿਊਟ 1 3 डाइईन। ये 2 डबल बॉन्ड है ना, इस करके डाइईन आ जाए। तो नेक्स्ट क्वेश्चन इज राइट ओजोनोलिसिस एंड फ्रीडल-क्राफ्ट एल्काइलेशन रिएक्शन। सो ओजोनोलिसिस ਦੇ ਵਿੱਚ ਬੇਟੇ ਆਪਾਂ ਓਜ਼ੋਨੋਇਡ ਦੀ ਫਾਰਮੇਸ਼ਨ ਕਰਦੇ ਹਾਂ। ਓਜ਼ੋਨ ਐਡ ਕਰਾਂਗੇ ਤੇ ਮੋਲੀਕਿਊਲ ਦਾ ਬ੍ਰੇਕਡਾਊਨ ਹੋ ਜਾਏ। ਐਲਕੀਨ ਦੇ ਵਿੱਚ ਇੱਥੋਂ ਦੀ ਟੁੱਟ ਜਾਣਾ ਹੈ ਜਿੱਥੇ ਓਜ਼ੋਨ ਐਡ ਹੋਇਆ, ਲਾਈਕ ਦਿਸ ਓਜ਼ੋਨੋਇਡ। ਸੋ ਜਦੋਂ ਇਹਦੀ ਰਿਡਕਟਿਵ ਕਲੀਵੇਜ ਹੋਏਗੀ ਤਾਂ ਬੇਟੇ ਆਪਣੇ ਕੋਲੇ ਆ ਪ੍ਰੋਡਕਟ ਬਣ ਜਾਣਾ ਹੈ ਇੱਥੋਂ ਦੀ ਡਬਲ ਬੌਂਡ O, ਠੀਕ ਹੈ। ਸੋ ਡਬਲ ਬੌਂਡ O ਜਿਹੜਾ ਕਾਰਬੋਨਿਲ ਕਾਰਬਨ ਹੈ, ਸੋ ਇੱਥੇ ਐਲਡੀਹਾਈਡ ਤੇ ਕੀਟੋਨ ਜਿਹੜੇ ਆ ਉਹ ਪ੍ਰੋਡਕਟ ਬਣਦੇ ਆ। ਫਰੀਡਲ-ਕ੍ਰਾਫਟ ਰਿਐਕਸ਼ਨ ਦੇ ਕੇਸ ਦੇ ਵਿੱਚ ਆਪਾਂ ਜੇ ਤਾਂ ਬੈਂਜ਼ੀਨ ਰਿੰਗ ਦੇ ਉੱਤੇ ਐਲਕਾਈਲ ਗਰੁੱਪ ਉਹਨੂੰ ਸਬਸਟੀਟਿਊਟ ਕਰਾ ਰਹੇ ਹਾਂ, ਦੈਨ ਦਿਸ ਇਜ਼ ਫਰੀਡਲ-ਕ੍ਰਾਫਟ ਐਲਕਾਈਲੇਸ਼ਨ। ਕਈ ਵਾਰੀ ਬੇਟਾ ਫਰੀਡਲ-ਕ੍ਰਾਫਟ ਏਸਾਈਲੇਸ਼ਨ ਪੁੱਛ ਲੈਂਦੇ ਆ ਤੇ ਏਸਾਈਲੇਸ਼ਨ ਦੇ ਵਿੱਚ RCO ਗਰੁੱਪ ਨੂੰ ਬੈਂਜ਼ੀਨ ਰਿੰਗ ਦੇ ਉੱਤੇ ਇੰਟਰੋਡਿਊਸ ਕਰਵਾਇਆ। ਸੋ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਲੀ ਚੈਟਲੀਅਰ ਪ੍ਰਿੰਸੀਪਲ। ਸੋ ਲੀ ਚੈਟਲੀਅਰ ਪ੍ਰਿੰਸੀਪਲ ਦੇ ਵਿੱਚ ਬੇਟਾ ਆਪਾਂ ਇਹਦੀ ਇੱਕ ਤਾਂ ਸਟੇਟਮੈਂਟ ਯਾਦ ਰੱਖਣੀ ਹੈ ਕਿ ਜਦੋਂ ਆਪਾਂ ਕਿਸੇ ਇਕੁਇਲਿਬਰੀਅਮ ਨੂੰ ਕਿਸੇ ਚੇਂਜ ਵੱਲ ਸਬਜੈਕਟ ਕਰਦੇ ਹਾਂ, ਮਤਲਬ ਜਾਂ ਤਾਂ ਆਪਾਂ ਇਕੁਇਲਿਬਰੀਅਮ ਤੇ ਕੰਸੈਂਟਰੇਸ਼ਨ ਜਾਂ ਟੈਂਪਰੇਚਰ ਜਾਂ ਪ੍ਰੈਸ਼ਰ ਕੋਈ ਚੇਂਜ ਕਰ ਦਿੰਨੇ ਆ ਨਾ, ਤਾਂ ਇਕੁਇਲਿਬਰੀਅਮ ਆਪਣੇ ਆਪ ਨੂੰ ਇੱਕ ਦਿਸ਼ਾ ਵੱਲ ਸ਼ਿਫਟ ਕਰ ਲੈਂਦਾ ਹੈ। ਇਸ ਤਰੀਕੇ ਨਾਲ ਕਰਦਾ ਹੈ ਤਾਂ ਕਿ ਸਾਡੇ ਦੁਆਰਾ ਕੀਤੀ ਗਈ ਚੇਂਜ ਅਨਡੂ ਹੋ ਸਕੇ। ਸੋ ਬੇਟਾ ਇਕੁਇਲਿਬਰੀਅਮ ਜਿਵੇਂ ਆਪਾਂ ਨੂੰ ਇੱਥੇ ਕਿਹਾ ਗਿਆ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਇਕੁਇਲਿਬਰੀਅਮ ਹੈ ਤੇ ਇਹਦੇ ਵਿੱਚ ਬੇਟੇ ਆਪਾਂ ਨੂੰ ਪ੍ਰੋਡਕਟ ਵਾਲੀ ਸਾਈਡ ਤੇ ਹੀਟ ਦਿੱਤੀ ਗਈ ਹੈ। ਜੇ ਇਹਨੂੰ ਆਪਾਂ ਹੀਟ ਅਪ ਕਰ ਦਿੰਨੇ ਆ, ਇਹਨੂੰ ਆਪਾਂ ਹੋਰ ਗਰਮ ਕਰ ਦਿੰਨੇ, ਜਦੋਂ ਆਪਾਂ ਗਰਮ ਕਰਾਂਗੇ ਤਾਂ ਐਂਡੋਥਰਮਿਕ ਰਿਐਕਸ਼ਨ ਵਿਲ ਬੀ ਫੇਵਰਡ। ਔਰ ਐਂਡੋਥਰਮਿਕ ਰਿਐਕਸ਼ਨ ਕਿਹੜੀ ਹੈ ਇੱਥੇ? ਬੈਕਵਰਡ ਰਿਐਕਸ਼ਨ ਜਿਹੜੀ ਹੈ ਉਹ ਐਂਡੋਥਰਮਿਕ ਹੈ। ਸੋ ਬੈਕਵਰਡ ਰਿਐਕਸ਼ਨ ਵਿੱਚ ਇਕੁਇਲਿਬਰੀਅਮ ਆਪਣੇ ਆਪ ਨੂੰ ਸ਼ਿਫਟ ਕਰ ਲਏਗਾ।
ਇੱਕ ਵਾਰੀ ਬੇਟੇ ਕੁਐਸਚਨ ਦੀ ਸਟੇਟਮੈਂਟ ਨੂੰ ਹੀ ਧਿਆਨ ਨਾਲ ਦੇਖੋ ਕਿ ਆਪਾਂ ਠੀਕ ਕੁਐਸਚਨ ਪੜ੍ਹ ਵੀ ਰਹੇ ਹਾਂ। ਸੋ ਕੁਐਸਚਨ ਇਜ਼ what happens when we heat the following equilibrium mixture? तो ਇੱਥੇ ਆਪਾਂ ਫਾਰਵਰਡ ਦਿਸ਼ਾ 'ਚ ਐਕਸੋਥਰਮਿਕ ਹੈ, ਬੈਕਵਰਡ ਦਿਸ਼ਾ 'ਚ ਐਂਡੋਥਰਮਿਕ ਹੈ। तो ਇਕੁਇਲਿਬ੍ਰੀਅਮ ਮਿਕਸਚਰ ਨੂੰ ਜਦੋਂ ਹੀਟ ਅਪ ਕਰਾਂਗੇ ਤਾਂ ਇਕੁਇਲਿਬ੍ਰੀਅਮ ਬੈਕਵਰਡ ਦਿਸ਼ਾ ਦੇ ਵਿੱਚ ਸ਼ਿਫਟ ਹੋ ਜਾਏਗਾ। ਨਾਓ ਇਸੇ ਦਾ ਹੀ ਔਰ ਕੁਐਸਚਨ ਬੇਟੇ ਪਾਇਆ ਹੋਇਆ ਹੈ ਤੁਹਾਨੂੰ ਕਿ pH of 0.01 ਮੋਲਰ HCl ਉਹ ਕੈਲਕੂਲੇਟ ਕਰਨਾ ਹੈ। ਸੋ pH ਕੀ ਹੁੰਦਾ ਹੈ? pH ਹੁੰਦਾ ਹੈ ਨੈਗੇਟਿਵ log of H ਪੋਜ਼ਿਟਿਵ ਆਇਨ ਕੰਸੈਂਟ੍ਰੇਸ਼ਨ। ਸੋ pH ਜਦੋਂ ਆਪਾਂ ਕੱਢਾਂਗੇ ਤਾਂ ਨੈਗੇਟਿਵ log of 10 raised to power -2 ਕਿ 0.01 ਦਾ ਮਤਲਬ ਹੁੰਦਾ ਹੈ 10 raised to power -2। तो ये आ जाएगा अपने को ले -2 log 10। तो माइनस माइनस कैंसिल हो जाएंगे, log 10 is 1, so pH is equal to 2। Now next question is a numerical और आप ये numerical solve करते हैं। तो ਇੱਥੇ स्टेटमेंट ਦਿੱਤੀ ਗਈ ਹੈ ਕਿ ਇੱਕ ਗੁਬਾਰੇ ਦੇ ਵਿੱਚ ਹਾਈਡਰੋਜਨ ਭਰੀ ਗਈ ਹੈ रूम टेम्परेचर। ਜੇ ਪ੍ਰੈਸ਼ਰ 0.2 ਬਾਰ ਤੋਂ ਵੱਧ ਗਿਆ ਤਾਂ ਗੁਬਾਰਾ ਫਟ ਜਾਏਗਾ। ਜੇ 1 ਬਾਰ ਪ੍ਰੈਸ਼ਰ ਤੇ ਗੈਸ 2.27 ਲੀਟਰ ਵੋਲਿਊਮ ਆਕਿਊਪਾਈ ਕਰਦੀ ਹੈ ਤਾਂ ਕਿੰਨਾ ਵੋਲਿਊਮ ਜਿਹੜਾ ਹੈ ਬੈਲੂਨ ਦਾ ਆਪਾਂ ਐਕਸਪੈਂਡ ਕਰ ਸਕਦੇ। तो इत्थे आपां नूं P1 V1 बॉयल्स लॉ अप्लाई होएगा इज इक्वल टू P2 V2। तो जदों 1 बार प्रेशर है तो वॉल्यूम 2.27 है और जदों 0.2 बार प्रेशर है तो वॉल्यूम कितना होएगा? वॉल्यूम इज 11.35 लीटर। तो नेक्स्ट क्वेश्चन इज एस लॉ की है तो उनकी एप्लीकेशंस। तो आंसर इज एस लॉ बेटा स्टेटमेंट ਆਪਾਂ ਨੂੰ ਕਹਿੰਦੀ ਹੈ ਕਿ ਕਿਸੇ ਵੀ ਰਿਐਕਸ਼ਨ ਦੇ ਵਿੱਚ ਐਂਥੈਲਪੀ ਚੇਂਜ ਸੇਮ ਹੋਏਗੀ ਚਾਹੇ ਰਿਐਕਸ਼ਨ ਇੱਕ ਸਟੈਪ 'ਚ ਹੋਵੇ ਚਾਹੇ ਨੰਬਰ ਆਫ ਸਟੈਪਸ 'ਚ ਹੋਵੇ। ਹੁਣ ਜਿਵੇਂ ਇੱਥੇ ਆਪਾਂ ਐਂਥੈਲਪੀ ਆਫ ਫਾਰਮੇਸ਼ਨ ਆਫ CO2 ਕਰ ਰਹੇ ਹਾਂ, ਜਿਹੜਾ ਇਹਦਾ ਪਾਥ 1 ਹੈ ਉਹ 1 ਸਟੈਪ ਰਿਐਕਸ਼ਨ ਦੇ ਵਿੱਚ ਐਂਥੈਲਪੀ ਚੇਂਜ ਇੰਨੀ ਹੋਈ ਹੈ। ਪਾਥ 2 ਦੇ ਵਿੱਚ ਬੇਟੇ ਰਿਐਕਸ਼ਨ 2 ਸਟੈਪਸ 'ਚ ਹੋ ਰਹੀ ਹੈ ਤੇ ਉਹਨਾਂ ਦੋਨਾਂ ਸਟੈਪਸ ਦੀ ਐਂਥੈਲਪੀ ਚੇਂਜ ਦਾ ਜੇ ਆਪਾਂ ਜੋੜ ਲਗਾਈਏ ਤਾਂ ਉਨਾ ਹੀ ਬਣ ਜਾਂਦਾ ਹੈ ਜਿੰਨਾ ਪਾਥ 1 ਦੇ ਵਿੱਚ। ਸੋ ਇਹਦਾ ਮਤਲਬ ਇਹ ਹੈ ਐਂਥੈਲਪੀ ਚੇਂਜ ਕਿਸੇ ਵੀ ਰਿਐਕਸ਼ਨ ਦੇ ਲਈ ਪਾਥ ਤੇ ਡਿਪੈਂਡ ਨਹੀਂ ਕਰਦੀ। ਸੋ ਆਪਾਂ ਬੇਟਾ ਇੱਕ ਨੂਮੈਰੀਕਲ ਸੋਲਵ ਕਰਨਾ ਹੈ ਜਿੰਦੇ 'ਚ ਆਪਾਂ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਕੀ ਅਸੀਂ ਕਾਪਰ ਕੰਟੇਨਰ ਦੇ ਵਿੱਚ ਜ਼ਿੰਕ ਸਲਫੇਟ ਸੋਲਿਊਸ਼ਨ ਸਟੋਰ ਕਰ ਸਕਦੇ ਹਾਂ। तो इस क्वेश्चन ਦੇ ਵਿੱਚ ਬੇਟੇ ਆਪਾਂ ਇਹ ਦੇਖਣਾ ਹੈ ਕਿ ਜਿਵੇਂ ਸਾਨੂੰ ਸਵਾਲ ਪੁੱਛਿਆ ਗਿਆ ਹੈ ਕਿ ਅਸੀਂ ਕਾਪਰ ਕੰਟੇਨਰ ਦੇ ਵਿੱਚ ਜ਼ਿੰਕ ਸਲਫੇਟ ਸੋਲਿਊਸ਼ਨ ਸਟੋਰ ਕਰ ਸਕਦੇ ਹਾਂ ਜਾਂ ਨਹੀਂ। तो ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਕਾਪਰ ਪਲੱਸ ZnSO4 ਇਹ ਜਿਹੜੀ ਰਿਐਕਸ਼ਨ ਹੈ ਇਹ ਹੋਏਗੀ ਜਾਂ ਨਹੀਂ ਹੋਏਗੀ। तो कहने का मतलब यह है कि जे ये रिएक्शन होंदी है तो कॉपर शुड बी कन्वर्टेड इनटू कॉपर 2 पॉजिटिव और जिंक 2 पॉजिटिव इनू जिंक दे विच बदलिया जाना चाहिए है ना। ਅਸੀਂ यही देखना चाहते हैं कि ये रिएक्शन होएगी ਜਾਂ नहीं। जे तो ये रिएक्शन हो रही है तो ਅਸੀਂ स्टोर नहीं कर सकते और जे रिएक्शन नहीं हो रही तो वी कैन सेफली स्टोर जिंक सल्फेट सोल्यूशन इन कॉपर कंटेनर। तो ਅਸੀਂ ਇਹ ਦੇਖਣਾ ਵੀ ਇਹ ਰਿਐਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਕਾਪਰ ਦੀ ਆਕਸੀਡੇਸ਼ਨ ਤੇ ਜ਼ਿੰਕ 2 ਪੋਜ਼ਿਟਿਵ ਦੀ ਰਿਡਕਸ਼ਨ ਇਹ ਕਿਵੇਂ ਪਤਾ ਲੱਗੂਗਾ ਵੀ ਇਹ ਹੋ ਰਹੀ ਹੈ ਜਾਂ ਨਹੀਂ ਹੋ ਰਹੀ? ਬੇਟੇ ਅਸੀਂ ਇਹਨਾਂ ਦੇ ਰਿਡਕਸ਼ਨ ਪੋਟੈਂਸ਼ੀਅਲ ਕੰਪੇਅਰ ਕਰਾਂਗੇ। तो ਕਾਪਰ ਦਾ ਕਾਪਰ 2 ਪੋਜ਼ਿਟਿਵ ਯਾਨੀ ਇਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਹੈ ਨਾ। तो ਜਦੋਂ ਅਸੀਂ ਰਿਡਕਸ਼ਨ ਪੋਟੈਂਸ਼ੀਅਲ ਦੀ ਗੱਲ ਕਰਦੇ ਹਾਂ ਤਾਂ ਰਿਡਕਸ਼ਨ ਪੋਟੈਂਸ਼ੀਅਲ ਕਾਪਰ ਦਾ ਜ਼ਿਆਦਾ ਹੈ ਜ਼ਿੰਕ ਦੇ ਨਾਲੋਂ। तो ਇਹਦਾ ਮਤਲਬ ਹੈ ਵੀ ਕਾਪਰ ਰਿਡਿਊਸ ਹੋਏਗਾ। ਕਾਪਰ ਜਦ ਕਿ ਇੱਥੇ ਕੀ ਹੋ ਰਿਹਾ ਹੈ ਕਾਪਰ ਆਕਸੀਡਾਈਜ਼। ਸੋ ਇਹ ਰਿਐਕਸ਼ਨ ਸੰਭਵ ਨਹੀਂ ਹੈ ਠੀਕ। तो ਜੇ ਰਿਐਕਸ਼ਨ ਸੰਭਵ ਨਹੀਂ ਹੈ ਤਾਂ ਆਪਾਂ ਵੀ ਕੈਨ स्टोर जिंक सल्फेट सोल्यूशन इन कॉपर कंटेनर। तो इत्थे अपने कोले नेक्स्ट क्वेश्चन जिहड़ा आंदा है दैट इज कि एलोट्रॉप्स ऑफ कार्बन आपां वो कंपेयर करने। तो जो एलोट्रॉप्स ऑफ कार्बन कंपेयर करने ਆਪਾਂ ਤਾਂ ਪਹਿਲੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਾਰਬਨ ਦੇ ਐਲੋਟ੍ਰॉप्स ਹੁੰਦੇ ਕਿਹੜੇ ਆ। तो कार्बन ਦੇ ਐਲੋਟ੍ਰॉप्स ਹੁੰਦੇ ਆ ਡਾਇਮੰਡ ਔਰ ਗ੍ਰੇਫਾਈਟ। तो डायमंड और ग्रेफाइट ਦੇ ਵਿੱਚੋਂ डायमंड हार्ड है ग्रेफाइट सॉफ्ट है
डायमंड बैड कंडक्टर ऑफ इलैक्ट्रिसिटी है, ग्रेफाइट गुड कंडक्टर है। तो डायमंड जिहड़ा है एक्सट्रीमली केमिकली अनरिएक्टिव है, जबकि ग्रेफाइट क्वाइट रिएक्टिव है। डायमंड दे विच कार्बन एटम sp3 हाइब्रिडाइज्ड, पर ग्रेफाइट दे विच sp2 हाइब्रिडाइज्ड होंदा। तो नैक्सट बेटे अपने को आ जाते हैं सैक्शन सी दे सवाल, जिहड़े आपां नूं 3 मार्क्स दे पूछे जाने हैं। तो पहला सवाल इहदे च है कि एंथैल्पी ऑफ न्यूट्रलाइजेशन हमेशा जो स्ट्रॉन्ग एसिड ते स्ट्रॉन्ग बेस रिएक्ट करते हैं तो ऑलवेज 57.1 किलो जूल पर मोल होंदी। क्यों? तो इनका आंसर है कि एंथैल्पी ऑफ न्यूट्रलाइजेशन जो एक मोल H पॉजिटिव आयन एसिड दे उन्होंने न्यूट्रलाइज किया जाता है बाय बेस, उस उन्नी एंथैल्पी चेंज नूं कहा जाता है एंथैल्पी ऑफ न्यूट्रलाइजेशन। तो जो स्ट्रॉन्ग एसिड का मतलब है जिहड़ा कंप्लीटली डिसोसीएट हो जाए एक्वस सोल्यूशन पानी दे विच, ठीक है, उन्हें अपना एक मोल एसिड ने एक मोल H पॉजिटिव आयन दे देने हैं, तो इसी तरह स्ट्रॉन्ग बेस दे एक मोल ने OH नेगेटिव आयन्स दे देने हैं। स्ट्रॉन्ग एसिड तो आपां नूं H पॉजिटिव मिलिया है तो स्ट्रॉन्ग बेस तो आपां नूं OH नेगेटिव मिलिया है। तो बेटे इत्थे आपां H पॉजिटिव और OH नेगेटिव दी न्यूट्रलाइजेशन कर रहे हैं। जो एसिड ने 100% H पॉजिटिव देते और स्ट्रॉन्ग बेस ने 100% अपने डिसोसिएट होके OH नेगेटिव देते, तो H पॉजिटिव एंड OH नेगेटिव न्यूट्रलाइज होके बनाएंगे वाटर। तो इत्थे अपने को हमेशा हीट ऑफ न्यूट्रलाइजेशन कांस्टेंट रहेगी, क्योंकि नंबर ऑफ H पॉजिटिव एंड OH नेगेटिव अपने को फिक्स रहते हैं। पर जो वीक एसिड या वीक बेस होंदा है ना, तो बेटे यही नंबर जिहड़ा है वो चेंज हो जाता है। वीक एसिड का मतलब है कि जिहड़े एसिड्स और बेसिस हैं वो कंप्लीटली डिसोसीएट नहीं हो रहे। नैक्सट क्वेश्चन है बेटा एक न्यूमैरिकल, जिंदे विच आपां नूं 3 मोल हाइड्रोजन गैस दे कंप्रैस किए गए आइसोथर्मली एंड रिवर्सिबली। तो बेटा रिवर्सिबली आ गया तो अपने को जिहड़ा फॉर्मूला रिवर्सिबल वर्क डन दा आ जाएगा। वॉल्यूम जिहड़ा है घट गया 60 लीटर तो 20 लीटर हो गया और सिस्टम दे उत्ते 8.5 किलो जूल वर्क किया है। तो आपां कैलकुलेट की करना है बेटा, आपां कैलकुलेट करना है टेंपरेचर ऑफ गैस। तो अपने को इस तरीके दे नाल इत्थे सॉल्व किया होया न्यूमैरिकल पिया है। रिवर्सिबल केस दे विच बेटे आपां ये फॉर्मूला लगाते हैं, ठीक है। तो इत्थे बेटा अपने को V1 60 लीटर तो कंप्रैस होके वर्क डन सिस्टम दे उत्ते कीता ना, तो V1 60 ते V2 20 ते किन्ने मोल लिते गए हैं 3 मोल। ते वर्क कितना किया गया है 8.5 × 10⁻³ जाउल्स। 8.5 किलो जाउल सी ना, तो उन्होंने आपां जाउल्स कन्वर्ट करता। या वैल्यूज पुट करांगे तो अपने को देखो इत्थे फॉर्मूले दे विच V2/V1 सी बेटा, नोट करो इस चीज़। फॉर्मूले दे विच अपने को की है V2/V1 और जो वैल्यूज पुट कीती हैं तो इत्थे सानू V1 नज़र आ रहा है, इत्थे V2। इदा क्यों बेटा? तो इत्थे फॉर्मूले च ना माइनस होंदा, ठीक है। जो उस माइनस नू आपां खत्म करांगे ना, जो इस इत्थे माइनस नू खत्म करांगे तो वैल्यूज रिवर्स हो जाएंगे, ठीक है। तो अपने को ये माइनस भी खत्म हो गया, वैल्यूज भी रिवर्स हो गई। सो कैलकुलेट करके जो टेंपरेचर है साढ़े को वो आ जाता है 310 कैलविन। तो इस न्यूमैरिकल दे विच सिर्फ इसे नेगेटिव दा और ये वैल्यूज पुट करन दा ही एक इशू है। नेक्स्ट क्वेश्चन जो अपने को है बेटा दैट इज डिफाइन एब्सोल्यूट जीरो। यस, दिस इज वेरी इंपॉर्टेंट क्वेश्चन। तो बेटा एब्सोल्यूट जीरो की होंदा है कि चार्ल्स लॉ के अकॉर्डिंगली वॉल्यूम और टेंपरेचर एक दूसरे के डायरैक्टली प्रोपोर्शनल है। जे वॉल्यूम बढ़ेगा तो टेंपरेचर भी बढ़ेगा, जे टेंपरेचर घटेगा तो वॉल्यूम भी घटेगा, ठीक है। सो अपने को एक इस तरह का ग्राफ आ जाता। इहदे की है कि जिदा जिदा टेंपरेचर घट रहा है उदा उदा वॉल्यूम भी तो घट रहा है। वाई एक्सिस ते वॉल्यूम है, ठीक है। वॉल्यूम घट रहा है, टेंपरेचर घट रहा है। तो जो टेंपरेचर 0 डिग्री सेंटीग्रेड हो गया तो वॉल्यूम शुड बिकम 0, बट वॉल्यूम डज नॉट बिकम 0, ठीक है। असी जो इस ग्राफ नू एक्सट्रापोलेट करते हैं ना कि 0 डिग्री सी इज नॉट एब्सोल्यूट स्केल ऑफ टेंपरेचर। चार्ल्स लॉ के अकॉर्डिंगली जो टेंपरेचर घटता है तो वॉल्यूम भी घटता है। तो टेंपरेचर के जेड़े 0 स्केल ते, ठीक है,
this is actually minus 273 degree centigrade beta, 0 Kelvin. So 0 Kelvin is the absolute zero जिंदे ते अपना volume of gas that becomes hypothetically zero. Next question ਜਿਹੜਾ ਆਪਣੇ ਕੋਲੇ ਇੱਥੇ ਆਂਦਾ ਹੈ that is numerical. ਸੋ ਇਸ ਦਿੱਤੇ ਗਏ ਨੂਮੈਰੀਕਲ ਦੇ ਵਿੱਚ ਸਟੇਟਮੈਂਟ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਇੱਕ ਗੈਸ ਜਿੰਦਾ ਵੋਲਿਊਮ 200 ml ਹੈ ਉਹ ਪਾਰਟਿਕੂਲਰ ਪ੍ਰੈਸ਼ਰ ਕਿੰਨਾ ਪ੍ਰੈਸ਼ਰ ਕਿਆ ਹੈ ਇੱਥੇ ਯੈਸ ਪ੍ਰੈਸ਼ਰ ਇਜ਼ 0.820 ਬਾਰ ਤੇ ਟੈਂਪਰੇਚਰ 20 ਡਿਗਰੀ तो कितना वॉल्यूम होएगा जे एक्सटर्नल प्रेशर 1.025 बार हो जाए एट द सेम टेंपरेचर कहने का मतलब ये टेंपरेचर चेंज नहीं होया सो वॉल्यूम और प्रेशर दा रिलेशन सो वॉल्यूम और प्रेशर दा रिलेशन जिहड़ा है वो आपां किहड़े लॉ च स्टडी करते हैं बॉयल्स लॉ और बॉयल्स लॉ दे अकॉर्डिंगली अपने कोले फॉर्मूला की हुंदा है P1 V1 इज इक्वल टू P2 V2 ਜਦੋਂ ਆਪਾਂ ਸਾਰੀਆਂ ਵੈਲਿਊਜ਼ ਪੁੱਟ ਕਰਾਂਗੇ ਤਾਂ ਆਪਣੇ ਕੋਲੇ V2 ਦੀ ਵੈਲਿਊ 160 ml ਆ ਜਾਏਗੀ तो नेक्स्ट क्वेश्चन ਦੇ ਵਿੱਚ ਆਪਾਂ ऑर्बिटल पिक्चर्स डिस्कस कर रहे हैं तो ऑर्बिटल पिक्चर्स ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਥੀਨ ਦੇ ਵਿੱਚ CH2 ਡਬਲ ਬੌਂਡ CH2 ਔਰ ਇਸ ਡਬਲ ਬੌਂਡ ਦੇ ਵਿੱਚੋਂ ਇੱਕ ਸਿਗਮਾ ਬੌਂਡ ਹੁੰਦਾ ਹੈ ਤੇ ਇੱਕ ਪਾਈ ਬੌਂਡ ਹੁੰਦਾ ਹੈ ਤੇ ਹਾਈਬ੍ਰਿਡਾਈਜੇਸ਼ਨ ਕਿਹੜੀ ਹੈ sp2 ਹਾਈਬ੍ਰਿਡਾਈਜੇਸ਼ਨ ਸੋ ਇਸ ਤਰੀਕੇ ਨਾਲ ਤੁਸੀਂ ऑर्बिटल पिक्चर डायग्राम ड्रॉ करना है then ਈਥਾਈਨ ਦੇ ਵਿੱਚ ਬੇਟਾ ਆਪਣੇ ਕੋਲੇ CH ट्रिपल बॉन्ड CH ट्रिपल बॉन्ड ਦੇ ਵਿੱਚੋਂ ਦੀ ਇੱਕ ਤਾਂ ਆਪਣੇ ਕੋਲੇ ਸਿਗਮਾ ਬੌਂਡ ਹੈ ਔਰ ਦੋ ਪਾਈ ਬੌਂਡ ਹੈ तो ਇਹਨਾਂ ਨੂੰ ਬੇਟਾ ਤੁਸੀਂ ਜੇ ਦੇਖਣਾ ਹੈ ਧਿਆਨ ਨਾਲ ਤਾਂ ਆ ਆਪਣੇ ਕੋਲੇ ਸਿਗਮਾ ਬੌਂਡ ਬਣਾਏ ਗਏ ਹੈ ਕਾਰਬਨ ਔਰ ਕਾਰਬਨ ਦੇ ਵਿਚਕਾਰ ਇੱਕ ਸਿਗਮਾ ਬੌਂਡ ਹੈ ਤੇ ਇਸ ਤੋਂ ਬਿਯੋਂਡ ਆਪਣੇ ਕੋਲੇ ਦੋ ਪਾਈ ਬੌਂਡ ਹੁੰਦੇ तो ਇੱਥੇ ਹਾਈਬ੍ਰਿਡਾਈਜੇਸ਼ਨ sp ਹਾਈਬ੍ਰਿਡਾਈਜੇਸ਼ਨ ਹੈ ਔਰ ਬੈਂਜ਼ੀਨ ਦੇ ਜੇ ਆਰਬਿਟਲ ਸਟਰਕਚਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਹਾਈਬ੍ਰਿਡਾਈਜੇਸ਼ਨ sp2 ਹੁੰਦੀ ਹੈ ਬਟ ਆਲਟਰਨੇਟ ਪੋਜੀਸ਼ਨਸ ਤੇ ਜਿਹੜੇ ਡਬਲ ਬੌਂਡ ਹੈ ਉਹ ਇੱਕ ਅਨਹਾਈਬ੍ਰਿਡਾਈਜ਼ਡ ਆਰਬਿਟਲ ਸਾਰੀਆਂ ਕਾਰਬਨਸ ਕੋਲੇ ਹੁੰਦਾ ਹੈ ਜਿਸ ਕਰਕੇ ਉਹ ਕਦੀ ਇਸ ਤਰੀਕੇ ਦੇ ਨਾਲ ਲਾਈਕ ਦਿਸ ਔਰ ਕਦੀ ਇਹਨਾਂ ਦਾ ਆਰਬਿਟਲ ਪਿਕਚਰ ਡਾਇਗਰਾਮ ਜਿਹੜਾ ਹੈ ਇਸ ਤੋਂ ਆਪੋਜ਼ਿਟ ਕਿ ਇਹਨਾਂ ਦੇ ਵਿੱਚ ਬੌਂਡਸ ਬਣ ਰਹੇ ਠੀਕ ਹੈ ਸੋ ਇਹ ਆਰਬਿਟਲ ਪਿਕਚਰ ਡਾਇਗਰਾਮ ਡਰਾ ਕਰਨ ਦੇ ਬਾਅਦ ਅਗਲਾ ਕੁਐਸਚਨ ਜਿਹੜਾ ਹੈ ਉਹ ਹੈ ਆਪਣੇ ਕੋਲੇ ਫਰੋਮ ਸੈਕਸ਼ਨ ਡੀ ਇਹਦੇ ਚ ਆਪਣੇ ਕੋਲੇ 5 ਮਾਰਕਸ ਕੁਐਸਚਨਸ ਹੈ ਤੋਂ ਪਹਿਲਾਂ ਆਪਾਂ ਮਾਰਕੋਨਿਕਵ ਰੂਲ ਦੇਖੀਏ ਮਾਰਕੋਨਿਕਵ ਰੂਲ ਹੁੰਦਾ ਹੈ ਕਿ ਜਦੋਂ ਕਿਸੇ ਅਲਕੀਨ ਦੇ ਵਿੱਚ ਕਿਸੇ पॉजिटिव और नेगेटिव पार्ट ने ऐड होना है तो नेगेटिव पार्ट जिहड़ा है वो उस कार्बन को ले जाएगा जिंदे कोले लेस नंबर ऑफ हाइड्रोजन्स है तो नेगेटिव पार्ट इस कार्बन को ले गया जिंदे कोले केवल एक हाइड्रोजन सी दूसरे कार्बन कोले जिंदे कोले दो हाइड्रोजन सी ना उनदे कोले एक पॉजिटिव पार्ट यानी हाइड्रोजन चली गई दिस इज मार्कोनिकव रूल नेक्स्ट है बेटा वुड्स रिएक्शन की हुंदी वुड्स रिएक्शन ਹੁੰਦੀ ਹੈ ਕਿ ਜੇ ਦੋ RX ਮੋਲੀਕਿਊਲ ਦੋ ਸੋਡੀਅਮ ਦੇ ਨਾਲ ਦੋ RX ਮੋਲੀਕਿਊਲ ਮੈਂ ਅਲੱਗ-ਅਲੱਗ ਕਰਕੇ ਲਿਖ ਲਏ ਉਹ ਵੀ ਇਸ ਤਰੀਕੇ ਨਾਲ ਜਦੋਂ ਇਹ ਕੰਬਾਈਨ ਕਰਨਗੇ ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ R ਔਰ R ਇਹ ਕੰਬਾਈਨ ਕਰਕੇ ਬਣਾ ਦੇਣਗੇ ਅਲਕੇਨ ਔਰ ਦੋ NaX ਮੋਲੀਕਿਊਲ ਇੱਥੇ ਨਿਕਲ ਜਾਣਗੇ ਰਿਐਕਸ਼ਨ ਕੰਡੀਸ਼ਨ ਡਰਾਈ ਈਥਰ ਯਾਦ ਰੱਖਣਾ ਹੈ ਦਿਸ ਇਜ਼ ਵੁਡਸ ਰਿਐਕਸ਼ਨ then फ्रीडल-क्राफ्ट रिएक्शन ਦੇ ਵਿੱਚ ਆਪਾਂ ਨੂੰ फ्रीडल-क्राफ्ट ਐਲਕਾਈਲੇਸ਼ਨ ਤੇ ਏਸਾਈਲੇਸ਼ਨ ਦੋਨੋਂ ਹੀ ਰਿਐਕਸ਼ਨਸ ਜਿਹੜੀਆਂ ਉਹ ਪੁੱਛੀਆਂ ਜਾ ਸਕਦੀਆਂ ਹੈ तो फ्रीडल-क्राफ्ट ਦਾ ਮਤਲਬ ਇਹ ਹੈ ਕਿ ਬੈਂਜ਼ੀਨ ਗਰੁੱਪ ਦੇ ਬੈਂਜ਼ੀਨ ਰਿੰਗ ਦੇ ਉੱਪਰ ਐਲਕਾਈਲ ਗਰੁੱਪ ਲੱਗ ਗਿਆ ਤੇ HX ਨਾਲ ਨਿਕਲ ਗਿਆ ਐਨਹਾਈਡਰਸ AlCl3 ਦੀ ਪ੍ਰੈਜ਼ੈਂਸ ਦੇ ਵਿੱਚ ਇਹ ਰਿਐਕਸ਼ਨ ਹੋਣੀ ਹੈ ਜੇ ਬੈਂਜ਼ੀਨ ਰਿੰਗ ਦੇ ਉੱਪਰ ਇਸੇ ਤਰੀਕੇ ਦੇ ਨਾਲ R COCl यानी एल्केनॉयल क्लोराइड लेने हैं तो बेंजीन रिंग के ऊपर RCO ग्रुप इंट्रोड्यूस हो जाएगा जिन्हों असी एसाइल ग्रुप कहने हैं ते इत्थे HCl बाहर निकल जाए तो दिस इज फ्रीडल-क्राफ्ट एल्काइलेशन नेक्स्ट क्वेश्चन जिहड़ा आपां नूं और दे विच पुछया गया है दैट एंटी मार्कोनिकव रूल नूं पुछया गया है परऑक्साइड इफेक्ट या खराश इफेक्ट कह सकते हैं इहनूं तो परऑक्साइड इफेक्ट की कहंदा है कि जदों किसी अनसिमेट्रिकल एल्कीन कोले
वन पॉजिटिव एंड वन नेगेटिव ऐड होना है तो नाउ नेगेटिव विल गो टू दैट कार्बन विच हैज मोर नंबर ऑफ हाइड्रोजन। ये इस तरह क्यों होता है? क्योंकि परऑक्साइड की प्रेजेंस है। तो वन ब्रोमोप्रोपेन बिकम्स द मेजर प्रोडक्ट। then comes the complete the reaction। तो ਇੱਥੇ ਬੇਟੇ ਆਪਣੇ ਕੋਲੇ ਐਲਕੀਨ ਦੇ ਵਿੱਚ ਜਿੱਥੇ ਡਬਲ ਬੌਂਡ ਹੁੰਦਾ ਹੈ, ਜਦੋਂ ਓਜ਼ੋਨ ਬਣਨੇ ਹੈ ਤਾਂ ਓਜ਼ੋਨੋਇਡ ਫਾਰਮ ਹੋ ਜਾਂਦਾ ਹੈ ਔਰ ਓਜ਼ੋਨੋਇਡ ਦੀ ਕਲੀਵੇਜ ਕੁਝ ਇਸ ਤਰੀਕੇ ਹੁੰਦੀ ਹੈ ਕਿ ਪ੍ਰੋਡਕਟ ਦੇ ਵਿੱਚ ਆਪਣੇ ਕੋਲੇ ਇੱਥੇ ਡਬਲ ਬੌਂਡ O, ਠੀਕ ਹੈ। तो this is HCHO, ओके। नेक्स्ट रिएक्शन इज मतलब इत्थे अपने कोले ओजोनोलिसिस दे बाद एल्डिहाइड्स प्रोड्यूस हो रहे हैं क्योंकि दोनों थावां ते हाइड्रोजन्स अटैच्ड है। नेक्स्ट रिएक्शन दे विच अपने कोले उलमान रिएक्शन हो रही है ते यह डाईफिनाइल जिहड़ी है मेजर प्रोडक्ट दी फॉर्म दे विच प्रोड्यूस करनगे। तो विद दिस आई थिंक बेटा कि अपना क्वेश्चन पेपर कंप्लीटली सॉल्व हो गया है। ਤੇ ਤੁਸੀਂ ਨੋਟਸ ਜਿਹੜੇ ਹੈ ਇਸ ਵੀਡੀਓ ਤੋਂ ਸਪਲੀਮੈਂਟ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਤੇ ਵੀ ਮੈਂ ਨੋਟਸ ਅਪਲੋਡ ਕਰ ਦੂੰਗੀ। ਸੋ ਵਿਸ਼ ਯੂ ਆਲ ਦੀ ਬੈਸਟ ਫॉर योर टर्म 2 एग्जाम।